संतां के कारज, आप खलोया संतां के कारज। हर कम करावण आया राम। श्री वाहेगुरु जी का खालसा, श्री वाहेगुरु जी की फतेह। कर सिदक करनी खर्च, बांधो लाग रहो नामे। बाबा महाहरनाम ਸਿੰਘ ਜੀ ਪਾਸ ਇੱਕ ਮਲੂਕੇ ਦਾ ਪ੍ਰੇਮੀ, ਜਿਸ ਦਾ ਨਾਮ ਗੁਰਮੁਖ ਸਿੰਘ ਸੀ, ਚੰਗਾ ਸਿਦਕ ਭਰੋਸੇ ਵਾਲਾ ਬੰਦਾ, ਸੇਵਾ ਕਰਨ ਵਿੱਚ ਤਤਪਰ ਰਹਿੰਦਾ ਸੀ। ਜਿਸ ਵਕਤ ਸ੍ਰੀ ਰਾਮ ਸਿੰਘ ਜੀ ਹੁਕਮ ਅਨੁਸਾਰ ਮਲੂਕੇ ਚਲੇ ਗਏ, ਮਲੂਕੇ ਤੋਂ ਸ੍ਰੀ ਰਾਮ ਸਿੰਘ ਜੀ ਨੇ ਜੋ ਸੇਵਾ ਬਾਬਾ ਜੀ ਦੀ ਭੇਜਦੇ ਸਨ, ਉੱਥੋਂ ਤਿਆਰ ਕੀਤੀ ਕੋਈ ਚੀਜ਼ ਮਲੂਕੇ ਤੋਂ ਲੈ ਕੇ ਭੁੱਚੋ ਪਹੁੰਚਾਉਂਦੇ ਸਨ, ਕਿਉਂਕਿ ਬਾਬਾ ਜੀ ਦਾ ਸ੍ਰੀ ਰਾਮ ਸਿੰਘ ਜੀ ਨੂੰ ਹੁਕਮ ਸੀ ਮਲੂਕੇ ਤੋਂ ਬਰਫੀ ਜਾਂ ਪੇਠੇ ਦੀ ਮਠਿਆਈ ਤਿਆਰ ਕਰਕੇ ਰੋਜ਼ ਦੀ ਰੋਜ਼ ਭੁੱਚੋ ਭੇਜਣੀ ਪੈਂਦੀ ਸੀ। ਉਹ ਤਿਆਰ ਕੀਤੀ ਵਸਤੂ ਬਾਬਾ ਜੀ ਪਾਸ ਪਹੁੰਚਾਉਣੀ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ, ਉਹਨਾਂ ਵਿੱਚੋਂ ਇੱਕ ਗੁਰਮੁਖ ਸਿੰਘ ਸੀ। ਸੇਵਾ ਵਿੱਚੋਂ ਕਦੇ ਗੈਰ ਹਾਜ਼ਰ ਨਹੀਂ ਸੀ ਹੁੰਦਾ। ਗ੍ਰਸਤੀ ਜੀਵਨ ਵਾਲਾ ਪਰੰਤੂ ਸੁਭਾਅ ਦਾ ਦੁਰਵਾਸ਼ਾ ਰਿਖੀ ਹੀ ਸੀ। ਇਸ ਗੁਰਮੁਖ ਸਿੰਘ ਨੇ ਵੀ ਬਾਬਾ ਜੀ ਪਾਸ ਆਪਣੀ ਬੇਨਤੀ ਕੀਤੀ ਕਿ ਮੇਰੇ ਉੱਪਰ ਵੀ ਕੋਈ ਕਿਰਪਾ ਕਰੋ, ਸਭ ਉੱਤੇ ਬਖਸ਼ਿਸ਼ਾਂ ਕਰ ਰਹੇ ਹੋ। ਮੈਂ ਗਰੀਬ ਸਮੁੰਦਰ ਕਿਨਾਰੇ ਬੈਠ ਕੇ ਧਿਆ ਹੀ ਰਹਿ ਕੇ ਧਿਆਇਆ ਹੀ ਨਾ ਤੁਰ ਜਾਵਾਂ। ਜਿਵੇਂ ਸਦਨੇ ਅਤੇ ਕਬੀਰ ਜੀ ਦਾ ਫਰਮਾਨ ਹੈ, ਏਕ ਬੂੰਦ ਜਲ ਕਾਰਨੇ ਚਾਤਰਿਕ ਦੁਖ ਪਾਵੇ, ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮ ਨ ਆਵੇ। ਕਬੀਰ ਅੰਬਰ ਘਨਹਰ ਛਾਇਆ, ਬਰਖ ਭਰੇ ਸਰਤਾਲ, ਚਾਤਰਿਕ ਜਿਉ ਤਰਸਤ ਰਹੇ, ਤਿੰਨ ਕੋ ਕੌਣ ਹਵਾਲ। ਇਸ ਤਰ੍ਹਾਂ ਗੁਰਮੁਖ ਸਿੰਘ ਦੀ ਜੁਗਤੀਪੂਰਨ ਬੇਨਤੀ ਸੁਣ ਹਜੂਰ ਬੜੇ ਪ੍ਰਸੰਨ ਹੋਏ ਤੇ ਬਚਨ ਕੀਤਾ, ਤੂੰ ਜੋ ਮੰਗਿਆ ਅਸੀਂ ਸਮਝ ਲਿਆ, ਤੇਰੀ ਸੇਵਾ ਪ੍ਰਵਾਨ ਹੋ ਰਹੀ ਹੈ, ਇਸ ਦੀ ਤੂੰ ਚਿੰਤਾ ਨਾ ਕਰ। ਇਸ ਸਮੇਂ ਵੱਡਾ ਝੰਡਾ ਸਿੰਘ ਵੀ ਹਾਜ਼ਰ ਸੀ। ਉਸ ਵੱਲ ਇਸ਼ਾਰਾ ਕਰਕੇ ਬਚਨ ਕੀਤਾ, ਇਹ ਝੰਡਾ ਵੀ ਤੇਰੇ ਨਾਲ ਹੀ ਹੈ, ਤੈਨੂੰ ਬਹਾਲਦਾਸ ਵਰਗੀ ਸ਼ਕਤੀ ਮਿਲੇਗੀ। ਉਪਰੰਤ ਗੁਰਮੁਖ ਸਿੰਘ ਨੂੰ ਕੋਲ ਬੁਲਾ ਕੇ ਗੁਪਤ ਸ਼ਬਦ ਦੱਸ ਕੇ ਹੁਕਮ ਕੀਤਾ, ਸਾਰੀ ਰਾਤ ਇਸ ਨੂੰ ਜਪਣਾ ਹੈ। ਫਿਰ ਵੱਡੇ ਝੰਡਾ ਸਿੰਘ ਨੂੰ ਹੁਕਮ ਕੀਤਾ ਕਿ ਜਿਸ ਵੇਲੇ ਇਹ ਜਪੇ ਤੂੰ ਉਸ ਸਮੇਂ ਪਹਿਰਾ ਦੇਣਾ ਹੈ। ਉਪਰੰਤ ਦੋਹਾਂ ਨੇ 7 ਬਚਨ ਕੀਤਾ। ਉਸੇ ਰਾਤ ਤੋਂ ਹੀ ਜਾਪ ਸ਼ੁਰੂ ਕਰਵਾ ਦਿੱਤਾ ਗਿਆ। ਹੁਕਮ ਅਨੁਸਾਰ ਆਗਿਆ ਲੈ ਕੇ ਇਸ਼ਨਾਨ ਕਰਨ ਉਪਰੰਤ ਜਾਪ ਆਰੰਭ ਕਰ ਦੇਣਾ। ਵੱਡੇ ਝੰਡਾ ਸਿੰਘ ਨੇ ਪਹਿਰਾ ਦੇਣਾ। ਤੀਸਰੇ ਦਿਨ ਤੋਂ ਬਾਅਦ ਹੀ ਰੱਬੀ ਕੌਤਕ ਅਨੁਭਵ ਹੋਣ ਲੱਗ ਪਏ, ਜਿਵੇਂ ਕਿ ਕਰੋੜ ਬਿਜਲੀਆਂ ਦਾ ਪ੍ਰਕਾਸ਼, ਕੋਟ ਸੂਰਜਾਂ ਦੇ ਪ੍ਰਕਾਸ਼ ਚਮਕਦੇ ਨਜ਼ਰ ਆਉਣ ਲੱਗ ਪਏ। ਉੱਠਦਿਆਂ ਬਹਿੰਦਿਆਂ ਪ੍ਰਕਾਸ਼ ਹੀ ਪ੍ਰਕਾਸ਼ ਰਹਿਣਾ। ਕਦੇ ਕਦੇ ਤਰਬਕ ਕੇ ਕਹਿਣਾ, ਝੰਡਿਆ ਤੈਨੂੰ ਕੁਝ ਦਿਸਿਆ?
ਅੱਗੋਂ ਝੰਡੇ ਨੇ ਕਹਿਣਾ, ਨਹੀਂ ਇੱਥੇ ਤਾਂ ਕੁਝ ਨਹੀਂ। ਸੁਣ ਕੇ ਝੰਡਾ ਡਰ ਗਿਆ। ਫਿਰ ਗੁਰਮੁਖ ਸਿੰਘ ਵੀ ਡਰਨ ਲੱਗ ਪਿਆ। ਅੰਤ ਨੂੰ ਬਾਬਾ ਜੀ ਕੋਲ ਸਾਰੀ ਗੱਲ ਦੱਸੀ। ਹਜ਼ੂਰ ਨੇ ਬਚਨ ਕੀਤਾ, ਅਜੇ ਭਾਂਡਾ ਛੋਟਾ ਹੈ, ਇਹ ਚੀਜ਼ ਸਮਾਉਣੀ ਨਹੀਂ। ਤੂੰ ਸੇਵਾ ਹੀ ਕਰੀ ਚੱਲ, ਸਮਾਂ ਆਏ ਤੋਂ ਸਭ ਕੁਝ ਹੋਏਗਾ, ਸ਼ੁੱਧ ਹੈ। ਉਪਰੰਤ ਗੁਰਮੁਖ ਸਿੰਘ ਨੇ ਡਰ ਕੇ ਸਾਧਨਾ ਬੰਦ ਕਰ ਦਿੱਤੀ। ਲਿਖਾਰੀ ਦੇ ਪੁੱਛਣ ਉੱਤੇ ਵੀ ਸ਼ਬਦ ਨਹੀਂ ਦੱਸਿਆ। ਕਿਹਾ, ਮੈਨੂੰ ਭੁੱਲ ਗਿਆ ਹੈ। ਇਹ ਪ੍ਰਸੰਗ ਗੁਰਮੁਖ ਸਿੰਘ ਮਲੂਕੇ ਨਿਵਾਸੀ ਨੇ ਸੁਣਾਇਆ। ਸ੍ਰੀ ਸੰਤ ਮਹਾ ਹਰਨਾਮ ਸਿੰਘ, ਤੇਰੇ ਗੁਣ ਤੁਝ ਹੀ ਮਾਹੇ। ਤੂੰ ਅਗੰਮ ਅਗਾਧ ਬੇਅੰਤ ਹੈ, ਕਹਿਣ ਕਥਨ ਮੈਂ ਨਾਹੇ। ਕਹਿਣ ਕਥਨ ਮੈਂ ਨਾਹੇ, ਪਾਰ ਕੋਈ ਨਹ ਪਾਵੇ। ਨਾਰਦ ਸਾਰਦ ਸੇਸ ਅੰਤ ਨ ਕੋਈ ਪਾਵੇ। ਸਿਫਤ ਨ ਸਕੇ ਬਖਾਨ ਬ੍ਰਹਮਾ ਵਿਸ਼ਨ ਮਹੇਸ਼ਰੀ। ਨਮਸਕਾਰ ਤੁਹੇ ਬਾਰ ਬਾਰ, ਪਰਮ ਜੋਤ ਪਰਮੇਸ਼ਰੀ। ਬਿਸਮ ਭਏ ਬਿਸਮਾਦ ਦੇਖ, ਕੁਦਰਤ ਤੇਰੀਆ। ਬਾਬਾ ਆਨੰਦ ਸਿੰਘ ਜੀ ਕਿਸੇ ਸਮੇਂ ਮਾਝੇ ਦੇ ਇਲਾਕੇ ਵਿੱਚ ਬਿਰਾਜਦੇ ਸਨ। ਉਸ ਸਮੇਂ ਦਾ ਪ੍ਰਸੰਗ ਜੋ ਕਿ ਬਾਬਾ ਆਨੰਦ ਸਿੰਘ ਜੀ ਤੋਂ ਲਿਖਾਰੀ ਦੇ ਪਿਤਾ ਨੇ ਸੁਣਿਆ, ਉਹਨਾਂ ਤੋਂ ਅੱਗੇ ਸੁਣ ਕੇ ਦਾਸ ਲਿਖ ਰਿਹਾ ਹੈ। ਬਾਬਾ ਜੀ ਨੇ ਦੱਸਿਆ ਕਿ ਡਰੋਲੀ ਮਾਝੇ ਵਿੱਚ ਸਾਡੇ ਪਾਸ ਇੱਕ ਮੌਲਵੀ ਆਇਆ। ਸਾਡੇ ਕੋਲ ਉਸਨੇ ਇੱਕ ਪ੍ਰਸ਼ਨ ਕੀਤਾ ਤੇ ਉਹ ਕੁਰਾਨ ਬਾਰੇ ਕੁਝ ਪੁੱਛਣਾ ਚਾਹੁੰਦਾ ਸੀ। ਅਸੀਂ ਉਸ ਨੂੰ ਕਿਹਾ, ਮੌਲਵੀ ਜੀ, ਸਾਡੇ ਵੱਡੇ ਮਹਾਂਪੁਰਖ ਭੁੱਚੋ ਨਗਰ ਜ਼ਿਲ੍ਹਾ ਬਠਿੰਡਾ ਵਿੱਚ ਬਿਰਾਜਦੇ ਹਨ। ਤੁਹਾਡੀਆਂ ਸਭ ਗੱਲਾਂ ਦਾ ਉਹਨਾਂ ਪਾਸ ਉੱਤਰ ਹੈ। ਤੁਸੀਂ ਬਠਿੰਡਾ ਤੋਂ ਭੁੱਚੋ ਪਹੁੰਚ ਕੇ ਇਹਨਾਂ ਗੱਲਾਂ ਦਾ ਉੱਤਰ ਪ੍ਰਾਪਤ ਕਰੋ। ਸਾਰਾ ਪਤਾ ਲਿਖ ਕੇ ਮੌਲਵੀ ਚੱਲ ਕੇ ਭੁੱਚੋ ਪਹੁੰਚਿਆ। ਜਿਸ ਸਮੇਂ ਬਾਬਾ ਜੀ ਕੋਲ ਹਜ਼ੂਰੀ ਵਿੱਚ ਪਹੁੰਚਿਆ, ਉਸ ਸਮੇਂ ਬਾਬਾ ਜੀ ਦੇ ਚਿਹਰੇ ਦਾ ਤੇਜ ਹੀ ਐਸਾ ਸੀ, ਵੇਖਣ ਸਾਰ ਹੀ ਮੌਲਵੀ ਸਰੀਰ ਦੀ ਸੁੱਧ ਬੁੱਧ ਭੁੱਲ ਗਿਆ। ਅੱਗੋਂ ਬਾਬਾ ਜੀ ਨੇ ਕਿਹਾ, ਮੌਲਵੀ, ਤੂੰ ਮਹਾਂਪੁਰਖਾਂ ਕੋਲ ਤਾਂ ਗੱਲ ਤੇ ਗੱਲ ਕਰਦਾ ਸੀ ਤੇ ਹੁਣ ਚੁੱਪ ਵੱਟ ਲਈ ਹੈ। ਕੁਝ ਤਾਂ ਬੋਲ, ਐਡੀ ਦੂਰੀ ਤੋਂ ਚੱਲ ਕੇ ਆਇਆ ਹੈ, ਮੁੜ ਕੇ ਜਾ ਕੇ ਕੀ ਦੱਸੇਗਾ। ਕਈ ਵਾਰ ਪੁੱਛਣ 'ਤੇ ਵੀ ਮੌਲਵੀ ਨਾ ਬੋਲਿਆ। ਅਖੀਰ ਉੱਤੇ ਬਾਬਾ ਜੀ ਨੇ ਆਪ ਹੀ ਕੁਰਾਨ ਸ਼ਰੀਫ ਦੀ ਉਹ ਆਇਤ ਪੜ੍ਹੀ ਤੇ ਕਿਹਾ ਕਿ ਇਹੋ ਹੀ ਪੁੱਛਣੀ ਚਾਹੁੰਦਾ ਸੀ ਨਾ। ਉਪਰੰਤ ਬਾਬਾ ਜੀ ਨੇ ਕੁਰਾਨ ਦੀਆਂ ਆਇਤਾਂ ਦੀ ਐਸੀ ਪੜ੍ਹਨ ਦੀ ਝੜੀ ਲਾਈ, ਹਰ ਆਇਤ ਵਿੱਚ ਉਸ ਦੇ ਗੂੜ੍ਹੇ ਅਰਥ ਭਾਵ ਦੱਸਣ ਬਗੈਰ ਹੀ ਮੌਲਵੀ ਦੀ ਸਮਝ ਵਿੱਚ ਆ ਰਹੇ ਸਨ, ਜੋ ਕਿ ਮੌਲਵੀ ਨੇ ਅੱਗੇ ਨਹੀਂ ਸੁਣੇ ਸਨ। ਉਪਰੰਤ ਜਿਸ ਜਿਸ ਤਰ੍ਹਾਂ ਹਜ਼ੂਰ ਅੱਗੇ ਪੜ੍ਹ ਕੇ ਸੁਣਾਈ ਗਏ, ਮੌਲਵੀ ਕਿਸੇ ਬਿਸਮਾਦ ਵਿੱਚ ਆ ਕੇ ਸੁਣਦਾ ਰਿਹਾ। ਕਈ ਵਾਰ ਤਾਂ ਮੌਲਵੀ ਦਾ ਸਿਰ ਝੁਕ ਝੁਕ ਜਾਂਦਾ ਰਿਹਾ। ਅੰਤ ਵਿੱਚ ਬਾਬਾ ਜੀ ਨੇ ਬਚਨ ਕੀਤਾ, ਕਿਉਂ ਮੌਲਵੀ,
ਤੇਰੀ ਤਸੱਲੀ ਹੋਈ ਕਿ ਅੱਗੇ ਚੱਲੀਏ। ਮੌਲਵੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹਜੂਰ ਆਪ ਸਮਰੱਥ ਹੋ, ਸੁਬਹਾਨ ਤੇਰੀ ਕੁਦਰਤ। ਕੁਝ ਮੇਰੇ ਗਰੀਬ ਉੱਤੇ ਵੀ ਬਖਸ਼ਿਸ਼ ਕਰੋ। ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ, ਅੱਲਾ ਦੇ ਨਾਮ ਦੀ ਖੈਰਾਤ ਦਿਓ। ਹਜੂਰ ਨੇ ਬਚਨ ਕੀਤਾ, ਮੌਲਵੀ ਕਦੇ ਕੋਈ ਕਿਸੇ ਸਮੇਂ ਥੋੜ੍ਹਾ ਸਮਾਂ ਰੱਬ ਦੇ ਨਾਮ ਉੱਤੇ ਖਰਚ ਕਰਿਆ ਕਰੋ। ਮੌਲਵੀ ਨੇ ਸਿਰ ਝੁਕਾ ਦਿੱਤਾ ਤੇ ਕਿਹਾ, ਜੀ ਮੈਂ ਤਸਬੀਹ ਤਾਂ ਫੇਰਦਾ ਹਾਂ। ਜੋ ਅੱਜ ਕੁਰਾਨ ਪਾਕ ਦੀਆਂ ਆਇਤਾਂ ਆਪ ਜੀ ਪਾਸੋਂ ਸੁਣ ਕੇ ਸਰੂਰ ਆਇਆ ਹੈ, ਅੱਗੇ ਕਦੇ ਨਹੀਂ ਆਇਆ। ਮੇਰਾ ਮਨ ਮੰਨ ਗਿਆ ਹੈ। ਉਪਰੰਤ ਬਾਬਾ ਜੀ ਨੇ 2 ਸ਼ਬਦ ਗੁਰਬਾਣੀ ਵਿੱਚੋਂ, ਇੱਕ ਤਿਲੰਗ ਰਾਗ ਵਿੱਚੋਂ ਜਕ ਅਰਜ ਗੁਫਤਮ ਪੇਸ਼ ਤੋਂ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ। ਦੂਸਰਾ ਪੰਚਮ ਪਾਤਸ਼ਾਹ ਦਾ ਖਾਕ ਨੂਰ ਕਰਦੇ ਆਲਮ ਦੁਨਿਆਵੀ ਵਾਲੇ ਪੜ੍ਹ ਕੇ ਕੁਝ ਭਾਵ ਵੀ ਸਮਝਾਏ। ਉਪਰੰਤ ਹੁਕਮ ਕੀਤਾ, ਤੈਨੂੰ ਸਵੇਰੇ ਤੋਰਾਂਗੇ, ਨਾਲੇ ਤੇਰਾ ਘਰ ਪੂਰਾ ਕਰਾਂਗੇ। ਹੁਣ ਲੰਗਰ ਵਿੱਚੋਂ ਅੰਨ-ਪਾਨ ਕਰੋ। ਉਪਰੰਤ ਹੁਕਮ ਅਨੁਸਾਰ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ। ਫਿਰ ਹੁਕਮ ਅਨੁਸਾਰ ਜਿੱਥੇ ਆਰਾਮ ਕਰਨ ਦਾ ਹੁਕਮ ਹੋਇਆ, ਉੱਥੇ ਰਾਤ ਨੂੰ ਆਰਾਮ ਕੀਤਾ। ਸੂਰਜ ਚੜ੍ਹਨ ਸਾਰ ਹੀ ਹੁਕਮ ਕੀਤਾ, ਮੌਲਵੀ ਨੂੰ ਹਾਜ਼ਰ ਕਰੋ। ਹਾਜ਼ਰ ਹੋਣ ਉਪਰੰਤ ਬਚਨ ਕੀਤਾ, ਮੌਲਵੀ ਅਸੀਂ ਕਲਮਾ ਪੜ੍ਹਦੇ ਹਾਂ, ਤੂੰ ਧਿਆਨ ਨਾਲ ਸੁਣ। ਸੁਣਾ ਕੇ ਹੁਕਮ ਕੀਤਾ, ਕਲਮਾ ਇਉਂ ਪੜ੍ਹਨਾ ਹੈ। ਉਪਰੰਤ ਮੌਲਵੀ ਨੂੰ ਖੁਸ਼ੀਆਂ ਬਖਸ਼ ਕੇ ਤੋਰ ਦਿੱਤਾ। ਕਿਹਾ, ਇੱਥੋਂ ਤੂੰ ਸਿੱਧਾ ਮਹਾਂਪੁਰਖਾਂ ਕੋਲ ਜਾਈਂ, ਉਹਨਾਂ ਕੋਲ ਸਾਰੀ ਗੱਲ ਦੱਸ ਕੇ ਫਿਰ ਅੱਗੇ ਜਾਣਾ ਹੋਵੇਗਾ। ਹੁਣ ਜੇ ਕੋਈ ਤੈਨੂੰ ਤੇਰੇ ਮੁਰਸ਼ਿਦ ਦਾ ਨਾਮ ਪੁੱਛੇ, ਤੂੰ ਸਾਡਾ ਨਾਮ ਨਹੀਂ ਲੈਣਾ। ਉਪਰੰਤ ਮੌਲਵੀ ਸਿਜਦਾ ਕਰਕੇ ਵਿਦਾ ਹੋ ਗਿਆ। ਦਿਲਾਂ ਕਾ ਮਾਲਕ ਕਰੇ ਹਾਕ, ਕੁਰਾਨ ਕਤੇਬ ਤੇ ਪਾਕ। ਇਹ ਪ੍ਰਸੰਗ ਮਾਤਾ ਪਿਤਾ ਪਾਸੋਂ ਪ੍ਰਾਪਤ ਹੋਇਆ। ਹਾਥ ਪਛੋਰੇ ਸਿਰ ਧਰਨ ਲਗਾਹੇ, ਨਿੰਦਕ ਕੋ ਦਈ ਛੋਡੇ ਨਾਹੇ। ਇੱਕ ਵਾਰੀ ਇੱਕ ਪੰਡਤ ਜੋ ਆਪਣੇ ਸਮੇਂ ਮੰਨਿਆ ਪਰਮੰਨਿਆ ਵਿਦਵਾਨ ਸੀ, ਬਾਬਾ ਜੀ ਪਾਸ ਦਰਸ਼ਨ ਕਰਨ ਆਇਆ। ਹਜੂਰ ਨੇ ਆਪਣੀ ਮਰਿਆਦਾ ਅਨੁਸਾਰ ਉਸ ਦਾ ਨਾਮ, ਗੋਤ, ਨਾਨਕੇ ਦਾਦਕੇ ਜਿਵੇਂ ਕਿ ਸਭ ਨੂੰ ਪੁੱਛਦੇ ਸਨ, ਉਸ ਨੂੰ ਵੀ ਪੁੱਛ ਕੇ ਲਿਖਾਉਣੇ ਆਰੰਭ ਕੀਤੇ। ਉਪਰੰਤ ਵਿਦਿਅਕ ਤੌਰ 'ਤੇ ਉੱਤਰ ਪ੍ਰਸ਼ਨ ਆਰੰਭ ਹੋਏ। ਪੰਡਤ ਜੀ ਨੇ 10ਵੇਂ ਪਾਤਸ਼ਾਹ ਸ੍ਰੀ ਕਲਗੀਧਰ ਬਾਰੇ ਕੁਝ ਅਯੋਗ ਪ੍ਰਸ਼ਨ ਕੀਤੇ, ਜਿਸ ਤਰ੍ਹਾਂ ਕਿ ਸ੍ਰੀ ਚੰਡੀ ਦੇਵੀ ਦੀ ਆਰਾਧਨਾ ਕਰਨੀ। ਬਾਬਾ ਜੀ ਨੇ ਉੱਤਰ ਦਿੱਤਾ, ਪੰਡਤ ਜੀ 10ਵੇਂ ਪਾਤਸ਼ਾਹ ਬਾਰੇ ਐਸਾ ਤੁੱਛ ਕਹਿਣਾ ਤੇਰੇ ਵਾਸਤੇ ਚੰਗੀ ਗੱਲ ਨਹੀਂ। ਹਜੂਰ ਦੇ ਬਾਰ-ਬਾਰ ਸਮਝਾਉਣ 'ਤੇ ਵੀ ਉਹ ਨਾ ਰੁਕਿਆ। ਅੰਤ ਵਿੱਚ ਆਪ ਜੀ ਨੇ ਬਚਨ ਕੀਤਾ,
ਅੱਜ ਤੇਰਾ ਕੰਮ ਨਿਬੇੜ ਕੇ ਹੀ ਦੁੱਧ ਛਕਾਂਗੇ। ਇਹ ਰਮਜ ਭਰੇ ਬਚਨਾਂ ਨੂੰ ਵੀ ਉਹ ਨਾ ਸਮਝ ਸਕਿਆ ਅਤੇ ਆਪਣੇ ਹੱਠ ਉੱਤੇ ਅੜਿਆ ਰਿਹਾ। ਉਸ ਵੇਲੇ ਆਪ ਜੀ ਨੇ ਬਚਨ ਕੀਤਾ, ਕੋਈ ਹਾਜ਼ਰ ਹੈ। ਉਸ ਸਮੇਂ ਭਾਈ ਨੀਲਾ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਨੀਲਾ ਸਿੰਘ ਹਾਜ਼ਰ ਹੈ। ਉਪਰੰਤ ਆਪ ਨੇ ਬਚਨ ਕੀਤਾ, ਨੀਲਿਆ ਇਸ ਗੁਰਨਿੰਦਕ ਨੂੰ ਸਾਡੇ ਸਾਹਮਣੇ ਤੋਂ ਉਠਾ ਕੇ ਡੇਰੇ ਤੋਂ ਬਾਹਰ ਕਰ ਦਿਓ। ਸੇਵਕ ਨੇ ਇਸੇ ਤਰ੍ਹਾਂ ਹੀ ਕੀਤਾ। ਡੇਰੇ ਤੋਂ ਬਾਹਰ ਕਰਨ ਸਮੇਂ ਹੀ ਉਸ ਦੇ ਪੇਟ ਦਰਦ ਸ਼ੁਰੂ ਹੋ ਗਿਆ। ਜਿਵੇਂ ਕਿਵੇਂ ਔਖਾ ਸੌਖਾ ਹੋ ਕੇ ਇੱਕ ਵਾਰੀ ਉਹ ਮੰਡੀ ਪਹੁੰਚ ਗਿਆ। ਉੱਥੇ ਪਹੁੰਚ ਕੇ ਉਸ ਦੀ ਮੌਤ ਹੋ ਗਈ। ਉਸ ਦੇ ਡੇਰੇ ਤੋਂ ਬਾਹਰ ਜਾਣ ਉਪਰੰਤ ਆਪ ਜੀ ਨੇ ਜਿਸ ਥਾਂ ਉੱਤੇ ਉਹ ਪੰਡਤ ਬੈਠਾ ਸੀ ਉੱਥੋਂ ਮਿੱਟੀ ਚੁਕਾ ਕੇ ਬਾਹਰੋਂ ਮਿੱਟੀ ਮੰਗਾ ਕੇ ਪਵਾਈ। ਜਿਸ ਬੋਰੀ ਉੱਤੇ ਪੰਡਤ ਬੈਠਾ ਸੀ ਉਹ ਬੋਰੀ ਬਾਹਰ ਸਟਾਈ ਤੇ ਬਚਨ ਕੀਤਾ, ਜਾ ਓਏ ਨਿੰਦਕਾ, ਤੇਰਾ ਲੋਕ ਤੇ ਪਰਲੋਕ ਵੀ ਗਿਆ। ਜਿਵੇਂ ਰਵਿਦਾਸ ਜੀ ਦਾ ਬਚਨ ਹੈ, ਨਿੰਦਕ ਸੋਧ ਸਾਧ ਵਿਚਾਰਿਆ, ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ। ਇਹ ਪ੍ਰਸੰਗ ਮਾਤਾ ਪਿਤਾ ਪਾਸੋਂ ਪ੍ਰਾਪਤ ਹੋਇਆ। ਮੂਲ ਪਛਾਣੇ ਤਾਂ ਸੋ ਜਾਣੇ, ਮਰਨ ਜੀਵਨ ਕੀ ਸੋਝੀ ਹੋਈ। ਪਟਿਆਲੇ ਦੇ ਇਲਾਕੇ ਤੋਂ ਇੱਕ ਸਰਦਾਰ ਕਈ ਵਾਰ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਹੁੰਦਾ ਸੀ। ਬਾਬਾ ਜੀ ਨੇ ਜਦੋਂ ਵੀ ਇਸ ਨੂੰ ਕਹਿਣਾ ਕਿ ਤੂੰ ਕੁਝ ਮੰਗ ਲੈ, ਇਸ ਨੇ ਕਹਿਣਾ ਜੀ ਮੇਰੇ ਘਰ ਆ ਕੇ ਦਰਸ਼ਨ ਦਿਓ। ਅੱਗੋਂ ਬਾਬਾ ਜੀ ਨੇ ਚੁੱਪ ਰਹਿਣਾ। ਇੱਕ ਵਾਰ ਇਹ ਦਰਸ਼ਨ ਕਰਨ ਆਇਆ ਤੇ ਬਾਬਾ ਜੀ ਨੇ ਬਚਨ ਕੀਤਾ ਕਿ ਤੂੰ ਆਪਣੇ ਮਨ ਦੀ ਗੱਲ ਦੱਸ। ਇਸ ਨੇ ਫਿਰ ਉਹੀ ਗੱਲ ਦੁਹਰਾਈ ਕਿ ਮੇਰੇ ਘਰ ਆ ਕੇ ਦਰਸ਼ਨ ਦਿਓ। ਹਜੂਰ ਨੇ ਬਚਨ ਕੀਤਾ, ਤੂੰ ਬਾਣੀ ਪੜ੍ਹਦਾ ਸੁਣਦਾ ਨਹੀਂ, ਕੋਈ ਨਾਮ ਨਹੀਂ ਜਪਦਾ, ਸੇਵਾ ਨਹੀਂ ਕਰਦਾ, ਤੇਰੇ ਘਰ ਅਸੀਂ ਕਿਵੇਂ ਆਈਏ? ਜੇ ਆਏ ਵੀ ਤੂੰ ਸਾਨੂੰ ਸਿਆਣ ਨਹੀਂ ਸਕੇਗਾ। ਤਾਂ ਸਰਦਾਰ ਨੇ ਬੇਨਤੀ ਕੀਤੀ, ਜੀ ਇਹ ਕਿਵੇਂ ਹੋ ਸਕਦਾ ਹੈ ਕਿ ਮੈਂ ਨਾ ਸਿਆਣਾ? ਬਾਬਾ ਜੀ ਨੇ ਬਚਨ ਕੀਤਾ, ਜੇ ਨਾਮ ਨਾ ਜਪੇ, ਰੱਬ ਵੀ ਸਾਹਮਣੇ ਖੜਾ ਹੋਵੇ, ਸਿਆਣ ਨਹੀਂ ਆਉਂਦੀ। ਨਾਨਕ ਸੇ ਅਖੜੀਆਂ ਬਿਆਨ, ਜਿਨ ਡਸੰਦੋ ਮਾਂ ਪਿਰੀ। ਸਰਦਾਰ ਫਿਰ ਵੀ ਰਮਜ ਭਰੇ ਸਿੱਖਿਆਦਾਇਕ ਬਚਨ ਨਾ ਸਮਝ ਸਕਿਆ। ਉਸ ਨੇ ਇੱਕੋ ਹੱਠ ਵਾਲੀ ਗੱਲ ਦੁਹਰਾਈ, ਜੀ ਤੁਸੀਂ ਆਓ ਤਾਂ ਸਹੀ, ਮੈਂ ਜ਼ਰੂਰ ਸਿਆਣ ਰੱਖੂੰਗਾ। ਮੈਨੂੰ ਐਵੇਂ ਟਾਲਣ ਵਾਲੀ ਗੱਲ ਨਾ ਕਰੋ ਜੀ, ਤੁਸੀਂ ਬਚਨ ਤਾਂ ਕਰੋ ਆਉਣ ਦਾ। ਤਾਂ ਬਾਬਾ ਜੀ ਨੇ ਬਚਨ ਕੀਤਾ ਕਿ ਅਸੀਂ ਪਹਿਲਾਂ ਤੇਰੇ ਘਰੋਂ ਬਾਹਰ ਹੀ ਤੈਨੂੰ ਇੱਕ ਵਾਰ ਮਿਲਾਂਗੇ। ਜੇ ਤੂੰ ਸਿਆਣ ਲਿਆ ਫਿਰ ਤੇਰੇ ਨਾਲ ਅਗਲੀ ਗੱਲ ਹੋਊਗੀ। ਉਪਰੰਤ ਸਰਦਾਰ ਆਪਣੇ ਨਗਰ ਚਲਾ ਗਿਆ। ਰੋਜ਼ ਵਾਂਗੂ ਇੱਕ ਦਿਨ ਸਰਦਾਰ ਸ਼ਿਕਾਰ ਖੇਡਣ ਗਿਆ। ਮਿਰਗਾਂ ਦੀ ਡਾਰ ਵੇਖੀ ਸਰਦਾਰ ਨੇ ਅਤੇ ਇਸ ਦੇ ਸਾਥੀਆਂ ਨੇ ਬੇਅੰਤ ਗੋਲੀਆਂ ਚਲਾਈਆਂ। ਜਿੱਥੇ ਅੱਗੇ ਕਦੇ ਵਾਰ ਖਾਲੀ ਨਹੀਂ ਸੀ ਗਿਆ,
ਅੱਜ ਡਾਰ ਵਿੱਚੋਂ ਇੱਕ ਮ੍ਰਿਗ ਵੀ ਨਾ ਮਾਰ ਸਕੇ। ਉਸ ਸਮੇਂ ਇੱਕ ਹਿਰਨ ਸਾਰੀ ਡਾਰ ਦੇ ਆਲੇ ਦੁਆਲੇ ਭੱਜਿਆ ਫਿਰਦਾ ਨਜ਼ਰ ਆਉਂਦਾ ਸੀ। ਵੇਖ ਕੇ ਸਾਰੇ ਹੈਰਾਨ ਹੋ ਰਹੇ ਸਨ। ਗੋਲੀ ਚੱਲਦੀ ਤੋਂ ਮ੍ਰਿਗ ਤਾਂ ਡਰ ਕੇ ਭੱਜਦੇ ਹਨ, ਪਰ ਇਹ ਨਵੀਂ ਗੱਲ ਹੋਈ। ਸਾਰੇ ਕਾਰਤੂਸ ਵੀ ਮੁੱਕ ਗਏ। ਹੈਰਾਨ ਪਰ ਸਮਝ ਕੋਈ ਨਾ ਆਈ। ਅੰਤ ਨੂੰ ਥੱਕ ਟੁੱਟ ਕੇ ਘਰ ਵਾਪਸ ਆਏ ਤੇ ਬੇਚੈਨ ਮਨ ਨਾਲ ਰਾਤ ਕੱਟ ਕੇ ਅਗਲੇ ਦਿਨ ਹੀ ਭੁੱਚੋ ਜਾਣ ਦੀ ਤਿਆਰੀ ਕਰਕੇ ਭੁੱਚੋ ਪਹੁੰਚ ਗਿਆ। ਡੇਰੇ ਆ ਕੇ ਦਰਸ਼ਨ ਕਰਨ ਦੀ ਆਗਿਆ ਮੰਗੀ। ਅੱਗੋਂ ਸੇਵਾਦਾਰ ਕੋਲ ਬਾਬਾ ਜੀ ਨੇ ਸੁਨੇਹੇ ਰਾਹੀਂ ਹੁਕਮ ਕੀਤਾ, ਉਸ ਨੂੰ ਕਹੋ ਕਿ ਅੱਜ ਅਸੀਂ ਥੱਕੇ ਹੋਏ ਹਾਂ, ਤੇਰੇ ਨਾਲ ਸਵੇਰੇ ਗੱਲ ਕਰਾਂਗੇ। ਉਪਰੰਤ ਉਸ ਨੂੰ ਹੁਕਮ ਦੇ ਕੇ ਪਿੰਡ ਵਿੱਚ ਰਾਤ ਕੱਟਣ ਲਈ ਭੇਜ ਦਿੱਤਾ। ਅਗਲੇ ਦਿਨ ਸਰਦਾਰ ਦਰਸ਼ਨ ਕਰਨ ਲਈ ਫਿਰ ਡੇਰੇ ਪਹੁੰਚਿਆ। ਦਰਸ਼ਨ ਕਰਨ ਲਈ ਆਗਿਆ ਮੰਗੀ। ਹਜੂਰ ਨੇ ਅੰਦਰ ਬੁਲਾ ਲਿਆ। ਅੱਗੇ ਆਪ ਇਉਂ ਬੈਠੇ ਮਾਲੂਮ ਹੋ ਰਹੇ ਸਨ ਜਿਵੇਂ ਕਿ ਬਹੁਤ ਥੱਕੇ ਹੋਏ ਹੁੰਦੇ ਹਨ। ਕੋਈ ਬਚਨ ਵੀ ਕਰਦੇ ਤਾਂ ਲੱਗਦਾ ਸੀ ਥਕਾਵਟ ਹੋਈ ਹੋਵੇ। ਚਿਹਰਾ ਉਦਾਸ ਉਦਾਸ ਦਿਸਦਾ ਸੀ। ਨਮਸਕਾਰ ਕਰਕੇ ਸਰਦਾਰ ਬੈਠ ਗਿਆ। ਸਰਦਾਰ ਨੇ ਹੱਥ ਜੋੜ ਕੇ ਕਿਹਾ, ਜੀ ਆਪ ਜੀ ਨੇ ਮੈਨੂੰ ਦਰਸ਼ਨ ਦੇਣ ਦਾ ਬਚਨ ਕੀਤਾ ਸੀ, ਪਰ ਦਿਨ ਕੋਈ ਨਹੀਂ ਦੱਸਿਆ ਬਾਬਾ ਜੀ। ਬਾਬਾ ਜੀ ਨੇ ਬੜੀ ਧੀਮੀ ਆਵਾਜ਼ ਵਿੱਚ ਉੱਤਰ ਦਿੱਤਾ, ਤੈਨੂੰ ਦਰਸ਼ਨ ਦੇਣ ਲਈ ਗਏ ਸੀ, ਤੂੰ ਸਾਨੂੰ ਭਜਾ ਭਜਾ ਕੇ ਥਕਾ ਦਿੱਤਾ। ਸਰਦਾਰ ਨੇ ਹੈਰਾਨ ਹੋ ਕੇ ਕਿਹਾ, ਜੀ ਮੈਂ ਤੁਹਾਨੂੰ ਕਿਸ ਤਰ੍ਹਾਂ ਭਜਾ ਭਜਾ ਕੇ ਥਕਾ ਦਿੱਤਾ। ਆਪ ਜੀ ਨੇ ਫਿਰ ਵਿਸਥਾਰ ਨਾਲ ਸਾਰੀ ਹਕੀਕਤ ਦੱਸੀ ਤੇ ਫਰਮਾਇਆ, ਉਹ ਦਿਨ ਤੇ ਮੌਕਾ ਯਾਦ ਕਰ ਜਿਸ ਸਮੇਂ ਤੂੰ ਨੌਕਰਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਗਿਆ ਸੀ ਤੇ ਅੱਗੋਂ ਹਿਰਨਾਂ ਦੀ ਡਾਰ ਨਿਕਲੀ ਸੀ। ਤੂੰ ਗੋਲੀਆਂ ਚਲਾਈਆਂ, ਮਗਰ ਘੋੜਾ ਵੀ ਭਜਾਇਆ, ਪਰ ਡਾਰ ਵਿੱਚੋਂ ਕੋਈ ਹਿਰਨ ਮਰਿਆ ਨਹੀਂ, ਸਗੋਂ ਇੱਕ ਹਿਰਨ ਸਾਰੀ ਡਾਰ ਦੇ ਆਲੇ ਦੁਆਲੇ ਤੈਨੂੰ ਲਾਈ ਫਿਰਦਾ ਰਿਹਾ। ਸਰਦਾਰ ਨੇ ਕਿਹਾ, ਮਹਾਰਾਜ ਸੱਤ ਹੈ ਜੀ, ਉਹ ਕੀ ਨਜ਼ਾਰਾ ਸੀ, ਮੈਨੂੰ ਸਮਝ ਨਹੀਂ ਆਈ। ਹਜੂਰ ਨੇ ਬਚਨ ਕੀਤਾ, ਉਹ ਸਾਰੇ ਸਾਡੇ ਸੇਵਕ ਸਨ। ਅਸੀਂ ਉਸ ਸਮੇਂ ਹਿਰਨ ਦੇ ਰੂਪ ਵਿੱਚ ਤੈਨੂੰ ਭਜਾਈ ਫਿਰਦੇ ਰਹੇ। ਜੇ ਤੇਰੇ ਮੂੰਹੋਂ ਇੱਕ ਵਾਰ ਉਸ ਵੇਲੇ ਵਾਹਿਗੁਰੂ ਨਿਕਲ ਜਾਂਦਾ, ਅਸੀਂ ਉਸ ਵੇਲੇ ਹੀ ਦਰਸ਼ਨ ਦੇ ਦੇਣੇ ਸਨ, ਪਰ ਤੇਰੇ ਮੂੰਹੋਂ ਵਾਹਿਗੁਰੂ ਨਿਕਲਿਆ ਹੀ ਨਹੀਂ। ਤੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ, ਕੋਈ ਸਿਮਰਨ ਭਜਨ ਕਰਿਆ ਕਰ। ਸਿਮਰਨ ਤੋਂ ਬਿਨਾ ਰੱਬ ਕੋਲ ਵੀ ਖੜਾ ਹੋਵੇ ਦਿਸਦਾ ਨਹੀਂ। ਜੇ ਕਿਤੇ ਦਿਸੇ ਵੀ ਪਛਾਣ ਨਹੀਂ ਹੁੰਦੀ। ਇਹ ਬਚਨ ਸੁਣ ਕੇ ਸਰਦਾਰ ਤਾਂ ਭੁੱਬਾਂ ਮਾਰ ਕੇ ਰੋਇਆ। ਬਖਸ਼ ਲਓ, ਬਖਸ਼ ਲਓ ਕਹਿ ਕੇ ਚਰਨਾਂ ਵੱਲ ਨੂੰ ਵਧਿਆ। ਹਜੂਰ ਨੇ ਬਚਨ ਕੀਤਾ, ਬਾਲਿਆ ਵੇਖੀ ਚਰਨਾਂ ਨੂੰ ਹੱਥ ਨਾ ਲਾਵੇ। ਉਸ ਸਮੇਂ ਸੰਤ ਨਰੈਣ ਸਿੰਘ ਜੀ ਨੇ ਸਰਦਾਰ ਨੂੰ ਰੋਕ ਕੇ ਰੱਖਿਆ। ਉਸ ਸਮੇਂ
ਲੰਗਰ ਤਿਆਰ ਹੋ ਕੇ ਆ ਗਿਆ। ਹਜੂਰ ਨੇ ਲੰਗਰ ਦੀ ਮਰਿਆਦਾ ਕਰਾਉਣ ਉਪਰੰਤ ਸਰਦਾਰ ਨੂੰ ਹੁਕਮ ਕੀਤਾ, ਜਾ ਪਹਿਲਾਂ ਲੰਗਰ ਵਿੱਚੋਂ ਪ੍ਰਸ਼ਾਦਾ ਛਕ, ਫਿਰ ਅਗਲੀ ਗੱਲ ਕਰਾਂਗੇ। ਹੁਕਮ ਮੰਨ ਕੇ ਸਰਦਾਰ ਲੰਗਰ ਵਿੱਚੋਂ ਪ੍ਰਸ਼ਾਦ ਛਕ ਕੇ ਫਿਰ ਹਾਜ਼ਰ ਹੋਇਆ। ਫਿਰ ਹੱਸ ਕੇ ਬਚਨ ਕੀਤਾ, ਤੈਨੂੰ ਯਾਦ ਹੈ ਕਿਤਨੀ ਦੇਰ ਹੋਈ ਤੈਨੂੰ ਸਾਡੀ ਸੰਗਤ ਕਰਦੇ ਨੂੰ? ਉਸਨੇ ਕਿਹਾ, ਜੀ ਮੈਨੂੰ ਤਾਂ ਇਤਨਾ ਹੀ ਪਤਾ ਹੈ, ਕਈ ਸਾਲ ਹੋ ਗਏ ਹਨ। ਹਜੂਰ ਨੇ ਬਚਨ ਕੀਤਾ, ਤੂੰ ਨਾਮ ਜਪਣ ਵਾਲਾ ਬਚਨ ਤਾਂ ਇੱਕ ਵਾਰ ਵੀ ਨਹੀਂ ਮੰਨਿਆ। ਅੱਗੇ ਭੱਜ ਕੇ ਚਰਨਾਂ ਵੱਲ ਨੂੰ ਹੋ ਤੁਰਿਆ। ਇੱਕ ਹੋਰ ਭੁੱਲ ਕਰਨ ਲੱਗਾ ਸੀ, ਇਹ ਚਰਨ ਤਾਂ ਕਈ ਜਨਮ ਕਮਾਈ ਕਰਨ ਵਾਲੇ ਨੂੰ ਹੀ ਫੜਾਈਦੇ ਹਨ। ਅੱਗੇ ਤੋਂ ਜੇ ਕੁਝ ਕਰਨਾ ਹੈ ਤਾਂ ਫਿਰ ਕਿਸੇ ਸਮੇਂ ਚਰਨ ਵੀ ਫੜਾ ਦਿਆਂਗੇ। ਜਿੱਥੇ ਕਹੇਗਾ ਉੱਥੇ ਹੀ ਆਵਾਂਗੇ, ਪਰ ਬਚਨ ਮੰਨਣਾ ਪਵੇਗਾ। ਸਰਦਾਰ ਨੇ ਹੱਥ ਜੋੜ ਕੇ 7 ਬਚਨ ਕੀਤਾ ਤੇ ਹੁਕਮ ਹੋਇਆ, ਅੱਗੇ ਤੋਂ ਤੇਰਾ ਮਾਸ ਸ਼ਰਾਬ ਸਭ ਕੁਝ ਬੰਦ। ਫਿਰ ਪੁੱਛਿਆ, ਤੇਰੇ ਪੁੱਤ ਧੀਆਂ ਕਿੰਨੇ ਹਨ? ਸਰਦਾਰ ਨੇ ਬੇਨਤੀ ਕੀਤੀ, ਜੀ 3 ਪੁੱਤਰ ਤੇ 1 ਲੜਕੀ ਹੈ। ਫਿਰ ਬਚਨ ਕੀਤਾ, ਜਗਤ ਵਿੱਚ ਤੇਰੀ ਸਾਂਝ ਹੈ। ਅੱਗੇ ਤੋਂ ਬ੍ਰਹਮਚਰਜ ਧਾਰਨ ਕਰਕੇ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਨੇ। ਜੇ ਇੱਕ ਆਸਣ ਉੱਤੇ ਬੈਠ ਕੇ ਕਰੇ ਤਾਂ ਹੋਰ ਵੀ ਚੰਗਾ ਹੈ। ਪਹਿਰ ਰਾਤ ਰਹਿੰਦੀ ਉੱਠਣਾ, ਇਸ਼ਨਾਨ ਕਰਕੇ ਚੌਂਕੜੀ ਮਾਰ ਕੇ ਗੁਰੂ ਨਾਨਕ ਸਾਹਿਬ ਦਾ ਧਿਆਨ ਕਰਕੇ ਬਹਿ ਜਾਣਾ। ਅੱਗੇ ਵੇਖੀ ਜਾ ਕੀ ਰੰਗ ਲੱਗਦੇ ਹਨ, ਫਿਕਰ ਨਾ ਕਰੀ, ਤੇਰੇ ਸਾਰੇ ਕਾਰਜ ਗੁਰੂ ਨਾਨਕ ਆਪ ਕਰੇਗਾ। ਉਪਰੰਤ ਸਰਦਾਰ ਨੇ 7 ਬਚਨ ਕੀਤਾ। ਹੁਕਮ ਹੋਇਆ, ਸੁੱਧ ਹੈ ਬਾਲਿਆ, ਇਸ ਦੀ ਸਰਾ ਕਰਾ ਕੇ ਹਾਜ਼ਰ ਕਰੋ। ਹੁਕਮ ਅਨੁਸਾਰ ਸਰਾ ਕਰਾਈ, ਪ੍ਰਸੰਨਤਾ ਬਖਸ਼ ਕੇ ਤੋਰਿਆ। ਭਾਈ ਗੁਰਦਾਸ ਜੀ ਨੇ ਫਰਮਾਇਆ ਹੈ, ਭਲੇ ਭਲੇ ਕਰ ਮੰਨੀਅਨ, ਬੁਰਿਆਂ ਦੇ ਹਰ ਕਾਜ ਸਵਾਰੇ। ਪਾਪ ਕਰੇਂਦੇ ਪਤਿਤ ਉਧਾਰੇ। ਐਸੇ ਸਨ ਬਾਬਾ ਮਹਾ ਹਰਨਾਮ ਸਿੰਘ ਜੀ ਮਹਾਰਾਜ। ਇਹ ਪ੍ਰਸੰਗ ਪਿਤਾ ਜੀ ਪਾਸੋਂ ਸੁਣਿਆ ਸੀ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।